सत श्री अकाल जी सारे व्यूअर्स ਨੂੰ ਵੈਲਕਮ ਟੂ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਐਂਡ ਮੈਂ ਹਾਂ ਪ੍ਰੋਫੈਸਰ ਅੰਕਿਤ। ਆਪਾਂ ਅੱਜ ਫੇਰ ਗੱਲ ਕਰਾਂਗੇ ਇੱਕ ਨਵੇਂ ਪ੍ਰੋਗਰਾਮ ਬਾਰੇ। ਇਹ ਜੋ ਪ੍ਰੋਗਰਾਮ ਹੈ ਬਿਜ਼ਨਸ ਰਿਲੇਟਡ ਆ ਗਿਆ ਜੀ, ਸਪੈਸ਼ਲੀ ਫॉर ਸੈਪਟੈਂਬਰ ਇਨਟੇਕ ਐਂਡ ਬਿਜ਼ਨਸ ਬੈਕਗਰਾਊਂਡ ਤੋਂ ਜਿੰਨੇ ਵੀ ਸਟੂਡੈਂਟ ਹੈਗੇ ਆ ਜਾਂ ਜਿਨ੍ਹਾਂ ਨੂੰ ਇੰਟਰਸਟ ਹੈ ਕਿ ਅਸੀਂ ਬਿਜ਼ਨਸ ਕੋਰਸਿਸ ਵੱਲ ਜਾਣਾ, ਬਿਜ਼ਨਸ ਪ੍ਰੋਗਰਾਮਸ ਨੂੰ ਪਰਸਿਊ ਕਰਨਾ, ਤਾਂ ਉਹਨਾਂ ਲਈ ਇੱਕ ਨਵਾਂ ਸਪੈਸ਼ਲਾਈਜ਼ਡ ਬਿਜ਼ਨਸ प्रोग्राम आ गया, दैट इज़ बिजनेस एंड ਉਹਦੀ सब कैटेगरी है परचेजिंग। तो बिजनेस परचेजिंग एक बहुत ही वधिया और बहुत ही ज़्यादा बूम कर रहा है इस वक्त। ਜਿਹੜੇ स्टूडेंट्स इस वक्त कैनेडा ਦੇ ਅੰਦਰ ਹੈਗੇ ਆ ਜਾਂ ਜਿਹੜੇ PR ਨੇ ਜਾਂ ਜੇ ਕੋਈ ਤੁਹਾਡਾ ਰਿਲੇਟਿਵ ਹੈ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਕਿ ਜੋ ਵੱਡੇ ਵੱਡੇ ਬਿਜ਼ਨਸ ਜਾਇੰਟਸ ਹੈ ਲਾਈਕ ਐਮਾਜ਼ੋਨ ਹੈ, ਵੀ ਹੈਵ ਫਲਿੱਪਕਾਰਟ ਇਜ਼ ਦੇਅਰ, ਤਾਂ ਇੱਦਾਂ ਦੇ ਜਿਹੜੇ ਜਾਇੰਟਸ ਆ ਗਏ ਹੈ ਇੰਡਸਟਰੀ ਦੇ ਅੰਦਰ, ਉਹਨਾਂ ਨੇ ਜੋ ਪਰਚੇਜ਼ਿੰਗ ਦੇ ਰਿਲੇਟਡ ਕੰਮ ਕਰਨਾ ਹੈ ਉਹਦੇ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ। ਜੋਬ ਅੱਛੀ ਹੈ, ਆਲਦੋ ਅਗਰ ਤੁਸੀਂ ਅੱਜ ਕੱਲ੍ਹ ਕਰੋਗੇ ਐਮਾਜ਼ੋਨ ਦੀ ਜੋਬਸ ਉੱਥੇ ਅਵੇਲੇਬਲ ਹੈ ਸਪੈਸ਼ਲੀ ਫॉर ਦ ਸਟੂਡੈਂਟਸ, ਪਰ ਉਹਨਾਂ ਦੇ ਅੰਦਰ ਇੱਕ ਕੰਸਟ੍ਰੇਂਟ ਹੁੰਦਾ ਕਿ ਤੁਸੀਂ ਜੋਬ ਕਰ ਸਕਦੇ ਹੋ, ਤੁਸੀਂ ਅਰਨ ਕਰ ਸਕਦੇ ਹੋ, ਪਰ ਉਹਦਾ ਜਿਹੜਾ ਐਕਸਪੀਰੀਅੰਸ ਹੈ ਉਹਦੇ ਨਾਲ ਤੁਸੀਂ ਅੱਗੇ PR ਨਹੀਂ ਲੈ ਸਕਦੇ, ਉਹ ਕੈਲਕੂਲੇਟ ਨਹੀਂ ਹੁੰਦਾ। But if you have done some degree or diploma in business which is specially related to those industries, ਤਾਂ ਸੋਚੋ ਅਗਰ ਉਹੀ ਐਮਾਜ਼ੋਨ ਇੰਡਸਟਰੀ ਜਿਹੜੀ ਕਿ ਅੱਛੀ ਪੇ ਕਰ ਰਹੀ ਹੈ ਤੁਹਾਨੂੰ, ਉਹਦੇ ਵਿੱਚ ਤੁਸੀਂ ਬਿਜ਼ਨਸ ਪਰਚੇਜ਼ਿੰਗ ਨੂੰ ਪਰਸਿਊ ਕਰਕੇ ਤੁਸੀਂ ਇੱਕ ਪੇਰੋਲ ਵਾਲੀ ਜੌਬ ਕਰ ਸਕਦੇ ਹੋ, ਠੀਕ ਹੈ ਜੀ, ਤਾਂ ਉਹ ਤੁਹਾਡਾ ਐਕਸਪੀਰੀਅੰਸ ਵੀ ਕਾਊਂਟ ਹੋਏਗਾ, ਤੁਹਾਡੀ ਸਟੱਡੀ ਦੀ ਵੈਲਿਊ ਵੀ ਪੈਗੀ ਐਂਡ ਤੁਸੀਂ ਫਾਈਨਲੀ PR ਵੀ ਹੋ ਸਕਦੇ ਹੋ। ਤਾਂ ਹੋਰ ਆਪਾਂ ਡਿਸਕਸ ਕਰਦੇ ਹਾਂ ਇਸ ਪ੍ਰੋਗਰਾਮ ਬਾਰੇ। ਤਾਂ ਇਹ ਪ੍ਰੋਗਰਾਮ ਦਾ ਕੋਡ ਹੈ 1282, ਲੈਂਥ 2 ਇਅਰਸ ਦੀ ਹੈ, ਫੁੱਲ ਟਾਈਮ ਪ੍ਰੋਗਰਾਮ ਹੈ ਐਂਡ ਆਪਾਂ ਇਹ 'ਚ ਜਿਹੜੀ ਗੱਲ ਕਰ ਰਹੇ ਹਾਂ ਇਹਦੇ ਨਾਲ ਤੁਹਾਨੂੰ ਕ੍ਰੈਡੈਂਸ਼ੀਅਲ ਕੀ ਮਿਲੇਗਾ, ਦੈਟ ਇਜ਼ ਓਨਟਾਰੀਓ ਕਾਲਜ ਡਿਪਲੋਮਾ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ। ਨਾਓ ਸਟ੍ਰੇਟ ਅਵੇ ਵੀ ਵਿਲ ਮੂਵ ਟੂ ਦ ਟਿਊਸ਼ਨ ਫੀਸ। ਜੋ ਟਿਊਸ਼ਨ ਫੀਸ ਹੈ ਉਹ ਹੈਗੀ ਹੈ 16,467.78, ਰਫਲੀ 16,500 ਕੈਨੇਡੀਅਨ ਡਾਲਰਸ ਹੈ। ਐਂਡ ਇਹ ਆਪਾਂ ਨੂੰ ਪਤਾ ਕਿ 2 ਸਾਲ ਦੀ ਜੋ ਫੀਸ ਹੈ ਕੋਨੈਸਟੋਗਾ ਕਾਲਜ ਦੀ ਹਰੇਕ ਦੀ ਆਲਮੋਸਟ 16,000, 16,500, 17,000 ਇਸ ਦੇ ਆਸ-ਪਾਸ ਚੱਲਦੀ ਰਹਿੰਦੀ ਹੈ। ਨੈਕਸਟ ਆਪਾਂ ਇਹਦੇ ਵਿੱਚ ਦੇਖ ਰਹੇ ਹਾਂ ਜੀ ਕੋਰਸਿਸ। ਸਟ੍ਰੇਟ ਅਵੇ ਮੈਂ ਤੁਹਾਨੂੰ ਉਹ ਇਨਫੋਰਮੇਸ਼ਨ ਦਊਂਗਾ ਜਿਹੜੀ ਕਿ ਤੁਹਾਨੂੰ ਕਿਸੇ ਵੀ ਐਜੂਕੇਸ਼ਨ ਕੰਸਲਟੈਂਟ ਸਪੈਸ਼ਲੀ ਜੋ ਤੁਸੀਂ ਮਾਰਕੀਟ ਦੇ ਅੰਦਰ ਜਾਂਦੇ ਹੋ ਉੱਥੇ ਤੁਸੀਂ ਜਿਨ੍ਹਾਂ ਨੂੰ ਮਿਲਦੇ ਹੋ ਤੁਹਾਨੂੰ ਨਹੀਂ ਦੱਸ ਸਕਦੇ। ਦੈਟ ਇਜ਼ ਅਬਾਊਟ ਦਾ ਕੋਰਸਿਸ, ਕਿ ਜੋ ਤੁਸੀਂ ਸਬਜੈਕਟ ਪੜ੍ਹਦੇ ਹੋ ਸਬਜੈਕਟਾਂ ਦੇ ਅੰਦਰ ਕੀ ਦੱਸਿਆ ਜਾ ਰਿਹਾ ਜਾਂ ਉਹਨਾਂ ਦੇ ਅੰਦਰ ਤੁਹਾਨੂੰ ਕੀ ਮਿਲੇਗਾ, ਇਹ ਇਨਫੋਰਮੇਸ਼ਨ ਨਹੀਂ ਮਿਲੇਗੀ। ਔਰ ਇਸ ਤੋਂ ਬਾਅਦ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ, ਕਿੰਨੇ ਬੈਂਡ ਚਾਹੀਦੇ ਹੈ, ਕਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਕਿੰਨੇ ਪੈਸੇ ਲੱਗਣਗੇ, ਐਵਰੀਥਿੰਗ ਦੇ ਕੈਨ ਟੈਲ ਯੂ। ਪਰ ਤੁਹਾਨੂੰ ਸਿਰਫ ਆਹੀ ਜਿਹੜੀ ਚੀਜ਼ ਹੈ ਇਹ ਨਹੀਂ ਮਿਲੇਗੀ ਉਹਨਾਂ ਕੋਲੋਂ ਕਿ ਜੋ ਕੋਰਸਿਸ ਹੈ ਉਹਨਾਂ ਦੇ ਅੰਦਰ ਕੀ ਕੀ ਪੜ੍ਹਨਾ। ਤਾਂ ਅਗੇਨ ਜੇ ਇਹਨੂੰ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ ਤਾਂ ਇਹਦੇ ਅੰਦਰ 4 ਲੈਵਲਸ ਹਨ, ਲੈਵਲ 1, 2, ਦੈਨ ਲੈਵਲ 3 ਐਂਡ ਲੈਵਲ 4। एंड विल टॉक अबाउट लेवल 1। लेवल 1 के अंदर कोर्सेज हैं, बेसिक कोर्सेज हैं, दिस इज फंडामेंटल ऑफ इफेक्टिव रिटन कम्युनिकेशन, then is business computing applications, then is Conestoga 101, business mathematics 1, marketing 1, introduction to supply chain and operation management and purchasing 1। ਇਸ ਪ੍ਰੋਗਰਾਮ ਦੀ ਸਭ ਤੋਂ ਵਧੀਆ ਗੱਲ ਇਹੀ ਹੈ ਕਿ ਇਹਨਾਂ ਨੇ ਬਿਲਕੁਲ ਬੇਸ ਤੋਂ ਕੰਪਿਊਟਿੰਗ ਦੀ ਨੌਲੇਜ ਵੀ ਦੇਣੀ ਹੈ ਐਂਡ ਨਾਲ ਨਾਲ ਤੁਹਾਨੂੰ ਬਿਜ਼ਨਸ ਸੈਕਟਰ ਦੇ ਅੰਦਰ ਪਰਚੇਜ਼ਿੰਗ ਦੇ ਬਾਰੇ ਵੀ ਦੱਸਣਾ ਸ਼ੁਰੂ ਕਰ ਦਿੰਦੇ ਹੈ। ਫਸਟ ਜੋ ਸਬਜੈਕਟ ਆਪਣੇ ਕੋਲ ਫੰਡਾਮੈਂਟਲਸ ਆਫ ਇਫੈਕਟਿਵ ਰਿਟਨ ਕਮਿਊਨੀਕੇਸ਼ਨ, ਇਹਦੇ ਅੰਦਰ ਤੁਹਾਨੂੰ ਲੈਟਰਸ, ਮੈਮੋਜ਼ ਇਹ ਲਿਖਣਾ ਸਿਖਾਉਂਦੇ ਹੈ, ਕਿੱਦਾਂ ਤੁਸੀਂ ਪੰਕਚੁਏਸ਼ਨਸ ਦਾ ਧਿਆਨ ਕਰਨਾ ਹੈ ਐਂਡ ਕਿੱਦਾਂ ਤੁਸੀਂ ਬਿਜ਼ਨਸ ਇਨਵਾਇਰਮੈਂਟ ਦੇ ਅੰਦਰ ਕਮਿਊਨੀਕੇਸ਼ਨ ਕਰਨੀ ਹੈ, ਸਪੈਸ਼ਲੀ ਫॉर ਦ ਰਿਟਨ ਕਮਿਊਨੀਕੇਸ਼ਨ। ਉਸ ਤੋਂ ਬਾਅਦ ਨੈਕਸਟ ਤੁਹਾਡੇ ਕੋਲ ਆ ਗਿਆ ਬਿਜ਼ਨਸ ਕੰਪਿਊਟਿੰਗ ਇਨ ਐਪਲੀਕੇਸ਼ਨਸ। ਇਹਦੇ ਅੰਦਰ ਮਾਈਕਰੋਸੋਫਟ ਵਰਡ ਐਂਡ ਮਾਈਕਰੋਸੋਫਟ ਐਕਸਲ ਬਾਰੇ, ਉਹਨਾਂ ਦੇ ਟੂਲਸ ਕਿੱਦਾਂ ਯੂਜ਼ ਕਰਨੇ ਆ, ਕਿੱਦਾਂ ਤੁਸੀਂ ਡਾਕੂਮੈਂਟਸ ਜਨਰੇਟ ਕਰਨੇ ਆ ਜਾਂ ਐਕਸਲ ਦੀਆਂ ਸਪਰੈਡਸ਼ੀਟਸ ਨੂੰ ਮੋਡੀਫਾਈ ਕਰਨਾ ਹੈ, ਉਹਨਾਂ ਨੂੰ ਫਾਰਮੂਲਾਜ਼ ਲਗਾ ਕੇ ਯੂਜ਼ ਕਰਨਾ ਹੈ, ਉਹ ਸਾਰਾ ਦੱਸਿਆ ਜਾਏਗਾ। ਨੈਕਸਟ ਥਰਡ ਹੈ ਦਿਸ ਇਜ਼ ਕੋਨੈਸਟੋਗਾ 101, ਬੇਸਿਕ ਕੋਨੈਸਟੋਗਾ ਕਾਲਜ ਬਾਰੇ ਉਹਨਾਂ ਦੀ ਪੋਲਿਸੀਜ਼ ਬਾਰੇ ਡਿਸਕਸ ਕਰਦੇ ਹਾਂ, ਇਹਦੇ ਕੋਈ ਮਾਰਕਸ ਨਹੀਂ ਹੈਗੇ ਜੀ। ਬਿਜ਼ਨਸ ਮੈਥਮੈਟਿਕਸ 1 ਵੈਰੀ ਇੰਪੋਰਟੈਂਟ। ਮੈਥਮੈਟਿਕਸ ਜਿਹੜੇ ਸਟੂਡੈਂਟਸ ਨੇ ਮੈਥਮੈਟਿਕਸ ਪੜ੍ਹੀ ਹੋਈ ਹੈ ਉਹਨਾਂ ਨੂੰ ਉੱਥੋਂ ਹੀ ਇਹ ਚੀਜ਼ਾਂ ਚੱਲਣਗੀਆਂ, ਬਸ ਥੋੜ੍ਹਾ ਜਿਹਾ ਬਿਜ਼ਨਸ ਨਾਲ ਰਿਲੇਟਡ ਹੋ ਜਾਊਗਾ, ਜਿਵੇਂ ਕਿ ਪੇਰੋਲ ਦੇ ਉੱਤੇ ਕਿੱਦਾਂ ਕੰਮ ਕਰਨਾ ਹੈ ਨਾ, ਹਾਊ ਟੂ ਕੈਲਕੂਲੇਟ ਟੈਕਸਿਸ, ਹਾਊ ਟੂ ਪਰਫਾਰਮ ਕਾਸਟ ਵੋਲਿਊਮ ਪ੍ਰੋਫਿਟ ਐਨਾਲਿਸਿਸ, ਪ੍ਰੋਬਲਮ ਸੋਲਵਿੰਗ ਸਕਿੱਲਸ ਮੈਥਮੈਟਿਕਸ ਦੀਆਂ ਹੈ ਨਾ ਜੀ, ਐਲਜੈਬਰਾ, ਅਰਿਥਮੈਟਿਕ, ਉਹ ਥੋੜ੍ਹਾ ਇਹਦੇ ਵਿੱਚ ਪਾਰਟ ਆਉਂਦਾ ਰਹੇਗਾ, ਰੇਸ਼ੋ, ਪ੍ਰਪੋਰਸ਼ਨ, ਗ੍ਰਾਫਿਕਸ, ਆਲ ਦਿਸ ਥਿੰਗਸ।
ਦੈਨ ਵੀ ਕਮ ਅਕ੍ਰੋਸ ਮਾਰਕੀਟਿੰਗ 1। ਮਾਰਕੀਟਿੰਗ ਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਮਾਰਕੀਟ ਨੂੰ ਕਿੱਦਾਂ ਸਟੱਡੀ ਕਰਨੀ ਹੈ, ਬੇਸਿਕ ਮਾਡਲਸ ਹੁੰਦੇ ਲਾਈਕ 10 C's ਆਫ ਮਾਰਕੀਟਿੰਗ, ਅਲੱਗ-ਅਲੱਗ ਮਾਡਲਸ ਹੈ, ਕਿਸੇ ਸਾਇੰਟਿਸਟ ਦਾ ਕਿਸੇ ਐਕਸਪਰਟ ਦਾ ਇੱਕ ਮਾਡਲ ਹੈ, ਉਸ ਮਾਡਲ ਦੇ ਅੰਦਰ ਤੁਹਾਨੂੰ ਇਹੀ ਚੀਜ਼ਾਂ ਮਿਲਣਗੀਆਂ ਕਿ ਕਿੱਦਾਂ ਕਸਟਮਰ ਨੂੰ ਡੀਲ ਕਰਨਾ ਹੈ, ਕਿੱਦਾਂ ਤੁਸੀਂ ਮਾਰਕੀਟ ਕੈਪਚਰ ਕਰਨੀ ਹੈ। ਤਾਂ ਥਿਓਰੈਟੀਕਲ ਸਬਜੈਕਟ ਹੈ, ਨਾਟ ਵੈਰੀ ਡਿਫਿਕਲਟ, ਇਟਸ ਵੈਰੀ ਈਜ਼ੀ। ਦੈਨ ਵੀ ਕਮ ਅਕ੍ਰੋਸ ਇੰਟਰੋਡਕਸ਼ਨ ਟੂ ਸਪਲਾਈ ਚੇਨ ਐਂਡ ਆਪਰੇਸ਼ਨਸ ਮੈਨੇਜਮੈਂਟ। ਬਹੁਤ ਹੀ ਈਜ਼ੀ ਹੈ। ਸਪਲਾਈ ਚੇਨ ਐਂਡ ਆਪਰੇਸ਼ਨਸ ਮੈਨੇਜਮੈਂਟ ਨੂੰ ਬੜਾ ਹੀ ਆਸਾਨ ਤਰੀਕੇ ਨਾਲ ਸਮਝਿਆ ਜਾ ਸਕਦਾ ਕਿ ਜਿਵੇਂ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਈ-ਕਮਰਸ ਦਾ ਸੈਕਟਰ ਹੈ, ਤਾਂ ਔਨਲਾਈਨ ਆਰਗੇਨਾਈਜੇਸ਼ਨਸ ਹੈ ਜਿਹੜੀਆਂ ਕਿ ਔਨਲਾਈਨ ਉਹਨਾਂ ਦੇ ਆਪਰੇਸ਼ਨਸ ਹੈ, ਉਹ ਕੁਛ ਔਨਲਾਈਨ ਸੈਲਿੰਗ ਆਪਸ਼ਨਸ ਹੈ, ਲਾਈਕ ਵੀ ਹੈਵ ਮੋਬਾਈਲ ਫੋਨ ਐਪਲੀਕੇਸ਼ਨ ਜਾਂ ਵੈਬਸਾਈਟ, ਲੋਕ ਉਹਨਾਂ 'ਤੇ ਬਰਾਊਜ਼ ਕਰਕੇ ਦੇ ਪਲੇਸ ਸਮ ਆਰਡਰਸ, ਉਹ ਆਰਡਰਸ ਅਲੱਗ-ਅਲੱਗ ਜਗ੍ਹਾ ਤੋਂ ਪ੍ਰੋਕਿਓਰ ਕੀਤੇ ਜਾਂਦੇ ਆ ਐਂਡ ਸ਼ਿਪਮੈਂਟ ਦੇ ਥਰੂ ਤੁਹਾਡੇ ਘਰ ਤੱਕ ਡਿਲੀਵਰ ਕੀਤੇ ਜਾਂਦੇ ਆ। ਸੋ ਆਲ ਦਿਸ work has to be done on computers। ਤਾਂ ਮਾਰਕੀਟਿੰਗ ਹੋ ਗਈ, ਇਹਨਾਂ ਦੀ ਅਕਾਊਂਟਿੰਗ ਹੋ ਗਈ, ਫਾਈਨੈਂਸ ਮੈਨੇਜਮੈਂਟ ਹੋ ਗਿਆ, ਸਪਲਾਈ ਐਂਡ ਡਿਮਾਂਡ ਆਫ ਐਵਰੀ ਪ੍ਰੋਡਕਟ, ਇਹਨੂੰ ਚੈੱਕ ਕਰਨਾ, ਇਹਨਾਂ 'ਤੇ ਐਨਾਲਿਸਿਸ ਕਰਨਾ, ਇਹ ਚੀਜ਼ਾਂ ਇਸ ਸਬਜੈਕਟ ਦੇ ਅੰਦਰ ਸਿਖਾਈਆਂ ਜਾਂਦੀਆਂ ਐਂਡ ਇੱਥੋਂ ਇਹ ਬੇਸਿਕ ਸਟਾਰਟ ਹੋ ਜਾਂਦਾ। ਦੈਨ ਵੀ ਕਮ ਅਕ੍ਰੋਸ ਪਰਚੇਜ਼ਿੰਗ 1। ਪਰਚੇਜ਼ਿੰਗ ਦੇ ਅੰਦਰ ਕਿ ਅਗਰ ਤੁਸੀਂ ਸਪਲਾਈ ਚੇਨ ਆਪਣੀ ਮੈਨੇਜ ਕਰਨੀ ਹੈ ਤਾਂ ਦੈਨ ਤੁਸੀਂ ਕੁਛ ਚੀਜ਼ਾਂ ਦੀ ਪਰਚੇਜ਼ਿੰਗ ਕਰਨੀ ਹੈ ਨਾ, ਰॉ ਮਟੀਰੀਅਲ ਪਰਚੇਜ਼ ਕਰਨਾ ਤਾਂ ਕਿ ਉਹਨੂੰ ਪ੍ਰੋਸੈਸ ਕੀਤਾ ਜਾਵੇ। ਕਈ ਵਾਰ ਕਿਸੇ ਇੱਕ ਆਰਗੇਨਾਈਜੇਸ਼ਨ ਜੋ ਕਿ ਇੱਕ ਆਲਰੇਡੀ ਪ੍ਰੋਡਕਟ ਦੇ ਰਹੀ ਹੈ ਉਹਦੇ ਤੋਂ ਪ੍ਰੋਡਕਟ ਨੂੰ ਪ੍ਰੋਕਿਓਰ ਕਰਨਾ ਹੈ ਤਾਂ ਕਿ ਤੁਸੀਂ ਆਪਣੀ ਡਿਮਾਂਡਸ ਨੂੰ ਮੀਟ ਕਰ ਸਕਦੇ ਹੋ। ਅਤੇ ਇਹਦੇ ਅੰਦਰ ਕਾਫੀ ਲੀਗਲ ਐਸਪੈਕਟਸ ਹੈ, ਕਮਿਊਨੀਕੇਸ਼ਨ, ਰਿਟਨ, ਐਥੀਕਲ, ਕਿਹੜੀ ਕੰਟਰੀ ਦਾ ਸਮਾਨ ਕਿੱਥੇ ਜਾ ਸਕਦਾ, ਕਿੱਥੇ ਜਾਣਾ ਅਲਾਊਡ ਹੈ ਜਾਂ ਕਿੱਥੇ ਕਿਹੜੇ ਟੈਕਸਿਸ ਐਪਲੀਕੇਬਲ ਹੋਣਗੇ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਪਰਚੇਜ਼ਿੰਗ 1 ਦੇ ਅੰਦਰ ਮਿਲ ਜਾਏਗੀ। ਨੈਕਸਟ ਇਜ਼ ਲੈਵਲ 2, ਦੈਟ ਇਜ਼ ਇੰਟਰੋਡਕਸ਼ਨ ਟੂ ਅਕਾਊਂਟਿੰਗ ਪ੍ਰਿੰਸੀਪਲਸ। ਅਕਾਊਂਟਿੰਗ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕੋਨੈਸਟੋਗਾ ਕਾਲਜ ਦੇ ਨਾਲ ਤਾਂ ਹਮੇਸ਼ਾ ਉਹ ਬੇਸਿਕਸ 'ਤੇ ਕਵਰ ਕਰਦਾ। ਤੁਹਾਡੇ ਕੋਲੇ ਸੇਲਸ ਇਨਵੋਇਸ, ਪਰਚੇਜ਼ ਇਨਵੋਇਸ, ਰਿਸਿਪਟਸ, ਡੈਬਿਟ ਮੈਮੋਜ਼, ਆਲ ਦਿਸ ਥਿੰਗਸ। ਇਹਨਾਂ ਨੂੰ ਸਮਝਾਉਣ ਲਈ ਕੁਛ ਸੌਫਟਵੇਅਰ ਵੀ ਯੂਜ਼ ਹੁੰਦੇ ਆ, ਲਾਈਕ ਵੀ ਹੈਵ ਸੇਜ 50 ਜਿਹੜਾ ਕਿ ਪੋਪੂਲਰ ਅਕਾਊਂਟਿੰਗ ਸੌਫਟਵੇਅਰ ਹੈ, ਕੈਨੇਡਾ ਦੇ ਅੰਦਰ ਇਹ ਕਵਰ ਕੀਤਾ ਜਾਂਦਾ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ, ਅਕਾਊਂਟਿੰਗ ਦੇ ਪ੍ਰਿੰਸੀਪਲ ਸਮਝਾਉਣ ਲਈ। ਦੈਨ ਵੀ ਕਮ ਅਕ੍ਰੋਸ ਆਰਗੇਨਾਈਜੇਸ਼ਨ ਬਿਹੇਵੀਅਰ। ਇੱਕ ਆਰਗੇਨਾਈਜੇਸ਼ਨ ਦੇ ਅੰਦਰ ਕੰਮ ਕਰ ਰਹੇ ਹੋ, ਦੇਰ ਆਰ ਮਲਟੀਪਲ ਪੀਪਲ, they have different type of skills, you have to manage them according to the levels, according to the tasks, according to the deadlines। ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ। ਅਲੱਗ-ਅਲੱਗ ਕਲਚਰ ਤੋਂ ਆ ਰਹੇ, ਅਲੱਗ-ਅਲੱਗ ਤਰ੍ਹਾਂ ਦੀਆਂ ਪਾਵਰਸ ਹੈ, ਸਕਿੱਲਸ ਹੈ, ਹਰੇਕ ਦੇ ਅੰਦਰ ਕਿਹਨੂੰ ਕਿੱਦਾਂ ਯੂਜ਼ ਕਰਨਾ, ਕਿੱਦਾਂ ਕ੍ਰਿਟੀਕਲ ਥਿੰਕਿੰਗ ਕਰਨੀ ਹੈ, ਬੈਸਟ ਡਿਸੀਜਨ ਕਿੱਦਾਂ ਅਚੀਵ ਕਰਨੇ ਹੈ, ਉਹ ਸਾਰਾ ਕੁਝ ਤੁਹਾਨੂੰ ਆਰਗੇਨਾਈਜੇਸ਼ਨ ਬਿਹੇਵੀਅਰ ਦੇ ਅੰਦਰ ਪੜ੍ਹਾਇਆ ਜਾਏਗਾ। ਦੈਨ ਵੀ ਕਮ ਅਕ੍ਰੋਸ ਕਾਲਜ ਰੀਡਿੰਗ ਐਂਡ ਰਾਈਟਿੰਗ ਸਕਿੱਲਸ। ਤਾਂ ਤੁਸੀਂ ਕਿੱਦਾਂ ਕਿਸੇ ਚੀਜ਼ ਨੂੰ ਰੀਡ ਕਰਨਾ ਹੈ, ਉਹਦੇ ਅੰਦਰ ਕਿਹੜੀ ਚੀਜ਼ ਦੇ ਉੱਤੇ ਫੋਕਸ ਰੱਖਣਾ ਹੈ, ਐਂਡ ਅਗੇਨ ਉਹਨੂੰ ਕਿੱਦਾਂ ਤੁਸੀਂ ਰਾਈਟ ਕਰਨਾ ਹੈ, ਤੁਸੀਂ ਕਿੱਦਾਂ ਉਹਨੂੰ ਰੀਜਨਰੇਟ ਕਰਨਾ ਅਕੋਰਡਿੰਗ ਟੂ ਯੋਰ ਡਿਮਾਂਡਸ, ਹਾਊ ਟੂ ਪੈਰਾਫਰੇਜ਼ ਥਿੰਗਸ, ਹਾਊ ਟੂ ਰਾਈਟ, ਲਰਨ ਐਂਡ ਰਾਈਟ ਐਨੀਥਿੰਗ ਇਨ ਯੋਰ ਓਨ ਵਰਡਸ। ਤਾਂ ਇਹ ਸਾਰਾ ਕੁਛ ਰੀਡਿੰਗ ਐਂਡ ਰਾਈਟਿੰਗ ਸਕਿੱਲਸ ਦੇ ਅੰਦਰ ਕਵਰ ਹੋਏਗਾ। ਦੈਨ ਅਗਲਾ ਹੈ ਜੀ ਬਿਜ਼ਨਸ ਕੰਪਿਊਟਿੰਗ, ਕੋਲੈਬੋਰੇਸ਼ਨ ਐਂਡ ਪ੍ਰੋਡਕਟੀਵਿਟੀ। ਇਹ ਜੋ ਸਬਜੈਕਟ ਹੈ ਇਹ ਇੱਕ ਥੋੜ੍ਹਾ ਜਿਹਾ ਬੈਟਰ ਸਬਜੈਕਟ ਆਏਗਾ ਆਫਟਰ ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨਸ, ਕਿਉਂਕਿ ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨਸ ਦੇ ਅੰਦਰ ਤੁਹਾਨੂੰ ਪੜ੍ਹਾਇਆ ਜਾਂਦਾ ਕਿ ਵਰਡ ਐਕਸਲ ਨੂੰ ਕਿੱਦਾਂ ਯੂਜ਼ ਕਰਨਾ ਫॉर ਬਿਜ਼ਨਸ ਪਰਪਸ। ਐਂਡ ਨਾਓ ਇਨ ਬਿਜ਼ਨਸ ਕੰਪਿਊਟਿੰਗ ਕੋਲੈਬੋਰੇਸ਼ਨ ਇਹਦੇ ਅੰਦਰ ਤੁਹਾਨੂੰ ਹੋਰ ਚੀਜ਼ਾਂ ਦੱਸੀਆਂ ਜਾਣਗੀਆਂ, ਜਿਵੇਂ ਕਿ ਕੋਲੈਬੋਰੇਸ਼ਨ ਕਿੱਦਾਂ ਕਰਨੀ ਹੈ ਨਾ। ਇੱਕ ਆਰਗੇਨਾਈਜੇਸ਼ਨ ਹੈ ਉਹ ਇੰਡੀਆ ਦੇ ਅੰਦਰ ਹੈ, ਇੱਕ ਆਰਗੇਨਾਈਜੇਸ਼ਨ ਕੈਨੇਡਾ ਦੇ ਅੰਦਰ ਹੈ, ਇੱਕ ਨਿਊਜ਼ੀਲੈਂਡ ਦੇ ਅੰਦਰ ਹੈ। ਅਗਰ ਉਹਨਾਂ ਨੇ ਤਿੰਨਾਂ ਨੇ ਮਿਲ ਕੇ ਇੱਕ ਪ੍ਰੋਜੈਕਟ 'ਤੇ ਕੰਮ ਕਰਨਾ, ਕਿੱਦਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਾਂਗੇ, ਕਿਹੜੇ ਸੌਫਟਵੇਅਰ ਯੂਜ਼ ਕਰਨਗੇ, ਕਿੱਦਾਂ ਕਿਹੜੇ ਉਹ ਪ੍ਰੋਡਕਟੀਵਿਟੀ ਸੌਫਟਵੇਅਰਸ ਯੂਜ਼ ਕਰ ਸਕਦੇ ਆ। ਮਾਈਕਰੋਸਾਫਟ ਆਫਿਸ ਹੈ, ਆਫਿਸ ਲਿਬਰੇ ਹੈ, ਇੱਦਾਂ ਦੀਆਂ ਚੀਜ਼ਾਂ ਵੀ ਯੂਜ਼ ਕਰਨਗੇ। ਕਿਹੜੇ ਪੇਡ ਸੌਫਟਵੇਅਰ ਯੂਜ਼ ਕਰਨਗੇ, ਕਿਹੜੇ ਅਨਪੇਡ ਸੌਫਟਵੇਅਰ ਯਾਨੀ ਕਿ ਫ੍ਰੀ ਆਫ ਯੂਜ਼ੇਜ ਵਾਲੇ ਕਰਨਗੇ, ਜਿਹਦੇ ਨਾਲ ਉਹ ਕਮਿਊਨੀਕੇਟ ਕਰ ਸਕਦੇ ਆ ਟੂ ਐਕਟ ਐਜ਼ ਅ ਵਰਚੁਅਲ ਆਫਿਸ ਔਰ ਅ ਰੀਅਲ ਟਾਈਮ ਆਫਿਸ। ਦੈਨ ਵੀ ਕਮ ਅਕ੍ਰੋਸ ਪਰਚੇਜ਼ਿੰਗ 2। ਪਰਚੇਜ਼ਿੰਗ 1 ਤੋਂ ਬਾਅਦ ਆਉਂਦਾ ਜੀ। ਪਰਚੇਜ਼ਿੰਗ 1 ਦੇ ਵਿੱਚ ਆਪਣੇ ਕੋਲ ਜਿਹੜੇ ਬੇਸਿਕ ਚੀਜ਼ਾਂ ਸਿਖਾਈਆਂ ਜਾਂਦੀਆਂ ਕਿ ਸਪਲਾਈ ਚੇਨ ਨੂੰ ਮੈਨੇਜ ਕਰਨ ਲਈ, ਉਹਨਾਂ ਦੇ ਹੀ ਐਡਵਾਂਸਡ ਵਰਜ਼ਨ ਆਪਣੇ ਕੋਲੇ ਪਰਚੇਜ਼ਿੰਗ 2 ਦੇ ਵਿੱਚ ਆ ਜਾਂਦੇ। ਸਪੈਸ਼ਲਾਈਜ਼ਡ ਪ੍ਰੋਸੈਸ ਹੋ ਗਏ, ਕੋਈ ਮੈਥਡਸ ਹੈਗੇ ਜਾਂ ਸਟ੍ਰੈਟੇਜੀਜ਼, ਉਹ ਇੱਥੇ ਤੁਹਾਨੂੰ ਪੜ੍ਹਾਈਆਂ ਜਾਣਗੀਆਂ ਐਂਡ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਤੁਸੀਂ ਕਿੱਦਾਂ ਸਟਾਰਟ ਕਰਨਾ ਕੰਮ, ਲਾਈਕ ਸਟਾਰਟਿੰਗ ਫਰੋਮ ਟੈਂਡਰਿੰਗ, ਪਹਿਲਾਂ ਟੈਂਡਰ ਹੋ ਗਏ, ਫਿਰ ਉਹਨਾਂ ਦੀ ਕਾਸਟ ਕੈਲਕੂਲੇਸ਼ਨ, ਮੈਨੇਜਮੈਂਟ, ਕੌਂਟਰੈਕਟਸ ਕਿੱਦਾਂ ਡਿਵੈਲਪ ਕਰਨੇ ਆ, ਕਿੱਦਾਂ ਕੌਂਟਰੈਕਟਸ ਨੂੰ ਸਾਈਨ ਕਰਨਾ ਹੈ, ਐਂਡ ਹਾਊ ਥੀਸ ਕੌਂਟਰੈਕਟਸ ਐਕਚੁਅਲੀ ਵਰਕ ਇਨ ਬਿਜ਼ਨਸ ਇਨਵਾਇਰਮੈਂਟ। ਨੈਕਸਟ ਉਸ ਤੋਂ ਬਾਅਦ ਇਹ ਹੁਣ ਤੁਹਾਡੇ ਕੋਲ ਇੱਥੇ 2 ਲੈਵਲ ਕੰਪਲੀਟ ਹੋ ਗਏ ਹੈ ਐਂਡ ਲੈਵਲ 2 ਦੇ ਅੰਦਰ ਤੁਹਾਨੂੰ ਇੱਕ ਜਨਰਲ ਐਜੂਕੇਸ਼ਨ 'ਚੋਂ ਇੱਕ
ਕੋਰਸ ਜ਼ਰੂਰ ਲੈਣਾ ਪਏਗਾ, ਦੈਟ ਵਿਲ ਬੀ ਟੋਟਲੀ ਬੇਸਡ ਔਨ ਇੰਗਲਿਸ਼, ਠੀਕ ਹੈ ਜੀ। ਤਾਂ ਜਿਹੜੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਹੜੇ ਲਿਟਰੇਚਰ ਹੈ ਉਹਨਾਂ ਦੇ ਉੱਦਾਂ ਦੇ ਟੌਪਿਕ ਤੁਹਾਨੂੰ ਮਿਲਣਗੇ ਇੰਗਲਿਸ਼ ਦੇ, ਐਂਡ ਯੂ ਹੈਵ ਟੂ ਰੀਡ ਐਂਡ ਡੂ ਯੋਰ ਵਰਕ। ਜੋ ਵੀ ਤੁਹਾਨੂੰ ਅਸਾਈਨਮੈਂਟਸ ਹੈ, ਟਾਸਕਸ ਹੈ, ਇਹ ਬੇਸਿਕ ਹੈ, ਤੁਹਾਡੇ ਪ੍ਰੋਗਰਾਮ ਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ, ਇਟ ਵਿਲ ਬੀ ਜਸਟ ਸਿੰਪਲ ਇੰਗਲਿਸ਼। ਦੈਨ ਵੀ ਕਮ ਅਕ੍ਰੋਸ ਲੈਵਲ 3। ਲੈਵਲ 3 ਦੇ ਵਿੱਚ ਸਭ ਤੋਂ ਪਹਿਲਾਂ ਪੜਾਂਗੇ ਮੈਕਰੋ ਇਕਨੋਮਿਕਸ, ਜਿਹਦੇ ਵਿੱਚ ਕੈਨੇਡਾ ਦੀ ਇਕੋਨਮੀ ਨੂੰ ਸਟੱਡੀ ਕਰਨਾ ਹੈ, ਉੱਥੇ ਦੀ ਮਾਰਕੀਟ ਗਰੋਥ, ਇੰਪਲੋਇਮੈਂਟ, ਇੰਟਰਸਟ, ਟੈਕਸਸ, ਐਕਸਚੇਂਜ ਰੇਟ, ਡੋਮੈਸਟਿਕ ਫੋਰਨ ਇਨਫਲੂਐਂਸ, ਫੈਕਟਰਸ ਅਫੈਕਟਿੰਗ ਅ ਬਿਜ਼ਨਸ, ਫਿਸਕਲ ਈਅਰ, ਮੋਨੇਟਰੀ ਪੋਲਿਸੀਜ਼, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਵਰ ਕਰੋਗੇ। ਥਿਓਰੈਟੀਕਲ ਹੈ, ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਪੜ੍ਹਿਓ, ਅੱਛੇ ਤਰੀਕੇ ਨਾਲ ਪੜ੍ਹਿਓ, ਤੁਹਾਡੇ ਕੰਮ ਵੀ ਆਊਗਾ। ਦੈਨ ਵੀ ਹੈਵ ਸਪਲਾਈ ਚੇਨ ਮੈਨੇਜਮੈਂਟ, ਟੋਟਲੀ ਸਪਲਾਈ ਚੇਨ ਦੇ ਉੱਤੇ ਆ ਗਿਆ ਜੀ ਇਹ ਸਬਜੈਕਟ। ਫੋਰਕਾਸਟ ਕਿੱਦਾਂ ਕਰਨੀ ਹੈ, ਕਿ ਕਿੰਨੀ ਡਿਮਾਂਡ ਹੋ ਰਹੀ ਹੈ, ਕਿੰਨਾ ਪ੍ਰੋਡਕਟ ਕਿਹੜੇ ਲੋਕ ਲੈ ਰਹੇ ਹੈ, ਕਿਸ ਰੀਜਨ 'ਚ ਕਿਹੜੀ ਡਿਮਾਂਡ ਹੈ, ਕਿੱਥੇ ਕਿਵੇਂ ਦੇਣਾ, ਸੋਰਸ ਕਿਵੇਂ ਕਰਨਾ, ਪਲਾਨ ਕਿਵੇਂ ਕਰਨਾ, ਸਟੋਰੇਜ ਤੋਂ ਲੈ ਕੇ ਸੇਲਸ ਤੱਕ ਟੋਟਲ ਪਲਾਨ ਆਉਣਗੇ ਇਹਦੇ ਅੰਦਰ, ਐਂਡ ਦ ਡਿਲੀਵਰੀ ਆਫ ਪ੍ਰੋਡਕਟਸ। ਇਹ ਸਾਰਾ ਕੁਛ ਇਸ ਸਬਜੈਕਟ ਦੇ ਅੰਦਰ ਤੁਹਾਨੂੰ ਦੱਸਿਆ ਜਾਏਗਾ। ਦੈਨ ਵੀ ਕਮ ਅਕ੍ਰੋਸ ਅਪਲਾਈਡ ਬਿਜ਼ਨਸ ਪ੍ਰੋਸੈਸ। ਅਪਲਾਈਡ ਬਿਜ਼ਨਸ ਪ੍ਰੋਸੈਸ ਦੇ ਅੰਦਰ ਆਪਣੇ ਕੋਲ ਸਭ ਤੋਂ ਵੱਡੀ ਚੀਜ਼ ਆਉਂਦੀ ਹੈ SAP, ਐਂਡ SAP ਦੇ ਅੰਦਰ ਤੁਸੀਂ ਪੜ੍ਹੋਗੇ ERP, ਦੈਟ ਇਜ਼ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ। ਤਾਂ ਇੱਕ ਐਂਟਰਪ੍ਰਾਈਜ਼ ਕੰਪਨੀ, ਉਹਨਾਂ ਦੇ ਅੰਦਰ ਡਿਫਰੈਂਟ ਟਾਈਪ ਆਫ ਰਿਸੋਰਸਿਸ ਹੈ, ਉਹਨਾਂ ਨੂੰ ਕਿਹੜੀ ਸਟ੍ਰੈਟਜੀਜ਼ ਦੇ ਅੰਦਰ, ਕਿਹੜੇ ਫੰਕਸ਼ਨੈਲਿਟੀ ਦੇ ਅੰਦਰ ਕਿੱਥੋਂ ਕੀ ਮਟੀਰੀਅਲ ਪ੍ਰੋਕਿਓਰ ਕਰਨਾ, ਕਿੱਦਾਂ ਉਹਨੂੰ ਪ੍ਰੋਸੈਸ ਕਰਨਾ ਹੈ, ਕਿੱਦਾਂ ਉਹਨਾਂ ਦੇ ਉੱਤੇ ਆਪਰੇਸ਼ਨਸ ਚੱਲ ਰਹੇ ਹੈ, ਕੋਈ ਬਿਜ਼ਨਸ ਹੋ ਰਿਹਾ, ਕੋਈ ਟ੍ਰਾਂਜੈਕਸ਼ਨਸ ਹੋ ਰਹੀਆਂ, ਉਹ ਸਾਰੀਆਂ ਚੀਜ਼ਾਂ ਨੂੰ ਕੋਲੈਬੋਰੇਟ ਅਪ ਕਰਕੇ ਤੁਸੀਂ ਉਹਨਾਂ ਦੀ ਰਿਪੋਰਟਸ ਜਨਰੇਟ ਕਰਨੀਆਂ, ਉਹਨਾਂ ਦੇ ਉੱਤੇ ਐਨਾਲਿਸਿਸ ਕਰਨੇ ਆ। ਸੋ ਯੂ ਕਮ ਅਕ੍ਰੋਸ ਦਿਸ ਸਬਜੈਕਟ। ਉਸ ਤੋਂ ਬਾਅਦ ਆ ਗਿਆ ਇੰਟਰੋਡਕਸ਼ਨ ਟੂ ਲੌਜਿਸਟਿਕਸ। ਲੌਜਿਸਟਿਕਸ ਦੇ ਵਿੱਚ ਸ਼ਿਪਮੈਂਟ ਐਂਡ ਤੁਸੀਂ ਫਰਾਈਟ ਦੇ ਬਾਰੇ ਸਾਰਾ ਸਿੱਖੋਗੇ, ਕਿੱਦਾਂ ਤੁਹਾਡਾ ਪ੍ਰੋਡਕਟ ਹੈ ਜੋ ਫਿਨਿਸ਼ਡ ਜਾਂ ਅਨਫਿਨਿਸ਼ਡ ਪ੍ਰੋਡਕਟ ਜਾਂ ਰॉ ਮਟੀਰੀਅਲ ਇੱਕ ਲੋਕੇਸ਼ਨ ਤੋਂ ਦੂਸਰੀ ਲੋਕੇਸ਼ਨ ਜਾਏਗਾ, ਕਦੋਂ ਜਾਏਗਾ, ਕਿੰਨੀ ਅਮਾਊਂਟ 'ਚ ਜਾਏਗਾ, ਕਿੱਥੋਂ ਲੈਣਾ ਹੈ, ਕਦੋਂ ਐਂਡ ਕਿਵੇਂ ਉਹਦੀ ਸਟੋਰੇਜ ਕਰਨੀ ਹੈ, ਕਿੱਦਾਂ ਫਿਰ ਉਹਨੂੰ ਯੂਜ਼ੇਜ ਕਰਨ ਲਈ ਅਲੱਗ-ਅਲੱਗ ਡਿਸਟਰੀਬਿਊਸ਼ਨ ਜਾਂ ਪ੍ਰੋਡਕਸ਼ਨ ਜਾਂ ਮੈਨੂਫੈਕਚਰਿੰਗ ਸੈਂਟਰਸ ਦੇ ਉੱਤੇ ਭੇਜਣਾ ਹੈ। ਇਸ ਤੋਂ ਬਾਅਦ ਜੀ ਤੁਹਾਡੇ ਕੋਲ ਆ ਗਿਆ ਪ੍ਰੋਕਿਓਰਮੈਂਟ। ਪ੍ਰੋਕਿਓਰਮੈਂਟ ਦੇ ਵਿੱਚ ਟੋਟਲੀ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਤੁਸੀਂ ਸਪਲਾਇਰ ਨੂੰ ਕਿੱਦਾਂ ਮੈਨੇਜ ਕਰਨਾ। ਦੇਖੋ ਤੁਸੀਂ ਇੱਕ ਆਰਗੇਨਾਈਜੇਸ਼ਨ ਦੇ ਅੰਦਰ ਕੰਮ ਕਰ ਰਹੇ ਹੋ ਜਿਹੜੀ ਕਿ ਸਾਰਾ ਮਟੀਰੀਅਲ ਖੁਦ ਨਹੀਂ ਬਣਾਉਂਦੀ, ਕੁਝ ਮਟੀਰੀਅਲ ਰॉ ਮਟੀਰੀਅਲ ਦੀ ਫਾਰਮ 'ਚ ਦੂਸਰਿਆਂ ਤੋਂ ਲੈਂਦੀ ਹੈ, ਜਾਂ ਕੁਝ ਅਨਪ੍ਰੋਸੈਸਡ ਜਾਂ ਕੁਝ ਸੈਮੀ ਪ੍ਰੋਸੈਸਡ ਮਟੀਰੀਅਲ ਨੂੰ ਲੈ ਕੇ ਉਹ ਆਪਣੀ ਆਰਗੇਨਾਈਜੇਸ਼ਨ ਦੇ ਅੰਦਰ ਫਾਈਨਲੀ ਉਹਨੂੰ ਫਿਨਿਸ਼ ਕਰਕੇ ਉਹਨੂੰ ਭੇਜ ਦਿੰਦੀ ਹੈ ਕਸਟਮਰ ਕੋਲੇ। ਸੋ ਯੂ ਹੈਵ ਟੂ ਲਰਨ ਅਬਾਊਟ ਆਲ ਦਿਸ ਥਿੰਗ। ਪਰਚੇਜ਼ਿੰਗ ਕਿੱਦਾਂ ਹੁੰਦੀ ਹੈ ਉੱਥੇ, ਸਪਲਾਇਰ ਕਿੱਦਾਂ ਮੈਨੇਜ ਹੋ ਰਿਹਾ, ਪ੍ਰਾਈਸ ਕਿੱਦਾਂ ਡਿਟਰਮਿਨ ਕੀਤੀ ਹੈ, ਕਿਹੜੇ ਫੈਕਟਰਸ ਅਪ ਐਂਡ ਡਾਊਨ ਹੋ ਰਹੇ, ਕਿੱਥੋਂ ਟੈਕਸਸ ਚੇਂਜ ਹੋ ਰਹੇ ਹੈ, ਉਹ ਸਾਰਾ ਕੁਝ ਪ੍ਰੋਕਿਓਰਮੈਂਟ ਦੇ ਅੰਦਰ ਆ ਰਿਹਾ, ਕਿੱਦਾਂ ਸਟੋਰੇਜ ਕਰਨੀ ਹੈ। ਦੈਨ ਅਗੇਨ ਇਸ ਲੈਵਲ ਦੇ ਅੰਦਰ ਫਿਰ ਤੁਹਾਨੂੰ ਇੱਕ ਜਨਰਲ ਐਜੂਕੇਸ਼ਨ ਦਾ ਇੱਕ ਇਲੈਕਟਿਵ ਸਬਜੈਕਟ ਲੈਣਾ ਪਏਗਾ, ਐਂਡ ਸੇਮ ਇਜ਼ ਫॉर ਦ 4th ਲੈਵਲ 4 ਦੇ ਵਿੱਚ, ਯਾਨੀ ਕਿ ਲੈਵਲ 1 ਨੂੰ ਛੱਡ ਕੇ ਲੈਵਲ 2, 3 ਐਂਡ 4 ਦੇ ਅੰਦਰ ਤੁਹਾਨੂੰ ਇੱਕ ਜਨਰਲ ਐਜੂਕੇਸ਼ਨ 'ਚੋਂ ਇੱਕ ਇਲੈਕਟਿਵ ਸਬਜੈਕਟ ਲੈਣਾ ਪਏਗਾ ਜਿਹੜਾ ਕਿ ਪਿਓਰਲੀ ਇੰਗਲਿਸ਼ ਬੇਸਡ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲੈਵਲ 4 ਦੇ ਸਬਜੈਕਟਸ ਦੇ ਬਾਰੇ। ਲੈਵਲ 4 ਚਾਹੇ ਤੁਸੀਂ ਕੋਈ ਵੀ ਪ੍ਰੋਗਰਾਮ ਪਰਸਿਊ ਕਰ ਰਹੇ ਹੋ, ਉਹਦੇ ਵਿੱਚ ਤੁਸੀਂ ਇਹ ਮੰਨ ਕੇ ਚਲੋ ਲੈਵਲ 4 ਦੇ ਅੰਦਰ ਜਿਹੜੇ ਕੋਰਸਿਸ ਹੈਗੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਉਹਨਾਂ ਦਾ ਤੁਹਾਡੇ ਜੌਬ ਦੇ ਨਾਲ ਬਹੁਤ ਹੀ ਵੱਡਾ ਕੰਸਰਨ ਹੈ। ਸੋ ਇਹਨਾਂ ਨੂੰ ਧਿਆਨ ਨਾਲ ਪੜ੍ਹੋ ਔਰ ਸਾਰੀ ਚੀਜ਼ ਸਿੱਖਣੀ ਜ਼ਰੂਰੀ ਹੈ। ਸਸਟੇਨੇਬਿਲਿਟੀ ਐਂਡ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ। ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਬਹੁਤ ਇੰਪੋਰਟੈਂਟ ਹੈ ਕੈਨੇਡਾ ਦੇ ਅੰਦਰ। ਤੁਸੀਂ ਕਿੱਦਾਂ ਕਿਸੇ এনवायरमेंट ਨੂੰ ਚੈੱਕ ਕਰਦੇ ਹੋ, ਕਿਸੇ ਕੰਪਨੀ ਦਾ ਐਕਸਟਰਨਲ এনवायरमेंट ਹੈ, ਇੰਟਰਨਲ এনवायरमेंट ਹੈ, ਉਹਨੂੰ ਇਫੈਕਟ ਕਰਨ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਫੈਕਟਰਸ ਹੈਗੇ ਆ, ਹੈ ਨਾ। ਕੋਈ ਸਪਲਾਇਰ ਹੋ ਸਕਦਾ ਹੈ, ਕੋਈ ਕਸਟਮਰ ਹੋ ਸਕਦਾ ਹੈ, ਕੋਈ ਇਕਨੋਮਿਕ ਫੈਕਟਰ ਹੋ ਸਕਦਾ ਹੈ, ਕੋਈ ਸੋਸ਼ਲ ਫੈਕਟਰ ਹੋ ਸਕਦਾ, ਕੋਈ ਪੋਲੀਟੀਕਲ ਫੈਕਟਰ ਹੋ ਸਕਦਾ। ਕਿਹੜੇ ਫੈਕਟਰਸ ਇਹਨਾਂ ਨੂੰ ਇਫੈਕਟ ਕਰਦੇ ਆ, ਕਿੱਦਾਂ ਦੇ ਨਾਲ ਗਰੋਥ ਵਧੇਗੀ, ਕਿੱਥੇ ਤੁਹਾਨੂੰ ਸੈਂਟਰ ਲਗਾਉਣਾ ਚਾਹੀਦਾ, ਕਿੱਥੇ ਨਹੀਂ ਲਾਉਣਾ ਚਾਹੀਦਾ, ਸਸਟੇਨ ਕਰਨ ਲਈ ਕੀ ਹੈ, ਗਵਰਨਮੈਂਟ ਦੇ ਟੈਕਸਿਸ ਕਿਹੜੇ ਆ, ਰੂਲਸ ਕਿਹੜੇ ਆ, ਜਾਂ ਤੁਹਾਨੂੰ ਕਿਸੇ ਆਰਗੇਨਾਈਜੇਸ਼ਨ ਦੇ ਅਕੋਰਡਿੰਗ ਚੱਲਣਾ ਤਾਂ ਉਹਨਾਂ ਦੀਆਂ ਕਿਹੜੀਆਂ ਪੋਲਿਸੀਜ਼ ਹੈ। ਸੋ ਉਹ ਸਾਰਾ ਕੁਝ ਤੁਸੀਂ ਇਸ ਸਬਜੈਕਟ 'ਚ ਪੜ੍ਹੋਗੇ। ਦੈਨ ਵੀ ਕਮ ਅਕ੍ਰੋਸ ਮੈਨੂਫੈਕਚਰਿੰਗ ਪਰਚੇਜ਼ਿੰਗ। ਦਿਸ ਇਜ਼ ਆਲਮੋਸਟ ਦ ਫਾਈਨਲ ਸਟੈਪ। ਮੈਨੂਫੈਕਚਰਿੰਗ ਕਰਨ ਤੋਂ ਪਹਿਲਾਂ ਤੁਸੀਂ ਜਿਹੜੀ ਪਰਚੇਜ਼ਿੰਗ ਕਰ ਰਹੇ ਹੋ ਉਹਨਾਂ ਦੇ ਅੰਦਰ ਕਵਰ ਹੋਏਗਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਟੂਲਸ। ਤੁਸੀਂ ਜਿਹੜੇ ਟੂਲਸ ਯੂਜ਼ ਕਰਨੇ ਆ ਜਾਂ ਉਹਨਾਂ ਲਈ ਤੁਸੀਂ ਕੁਝ ਇੱਦਾਂ ਦੇ ਮਟੀਰੀਅਲ ਯੂਜ਼ ਕਰਨੇ, ਮੰਨ ਲਓ ਕੋਈ ਆਇਲਸ ਹੈ ਕੰਪਨੀ ਨੂੰ ਚਲਾਉਣ ਲਈ, ਹੈ ਨਾ, ਟੂਲਸ ਨੂੰ ਆਪਰੇਟ ਕਰਨ ਲਈ ਆਇਲਸ ਹੈ, ਕੁਝ ਰॉ ਮਟੀਰੀਅਲ ਹੈ। ਰॉ ਮਟੀਰੀਅਲ ਇਹਦੇ ਵਿੱਚ ਆਪਾਂ ਇਹ ਲੈ ਕੇ ਚੱਲਾਂਗੇ ਕਿ ਰॉ ਮਟੀਰੀਅਲ ਇਜ਼ ਨਾਟ ਜਿਹੜਾ ਕਿ ਪ੍ਰੋਡਕਟ ਦੇ ਅੰਦਰ ਯੂਜ਼ ਹੋਏਗਾ। ਫੋਰ ਐਗਜ਼ਾਮਪਲ ਅਗਰ ਇੱਕ ਕੰਪਨੀ ਹੈ ਉਹ ਕੋਈ ਟੂਲਸ ਬਣਾਉਂਦੀ ਹੈ, ਲਾਈਕ ਸਕਰੂ ਡਰਾਈਵਰ ਬਣਾ ਰਹੀ ਹੈ, ਤਾਂ ਸਕਰੂ ਡਰਾਈਵਰ ਦੀ ਕਟਿੰਗ ਕਰਕੇ ਜਾਂ ਉਹਦੀ ਐਜ ਸ਼ਾਰਪਨਿੰਗ ਕਰਨ ਲਈ ਜਿਹੜੀਆਂ ਮਸ਼ੀਨਸ ਦੇ ਅੰਦਰ ਆਇਲ ਪੈਂਦਾ, ਦੈਟ ਕਮਸ ਅੰਡਰ ਮੈਨੂਫੈਕਚਰਿੰਗ ਪਰਚੇਜ਼ਿੰਗ।
ਤੁਸੀਂ ਉਹ ਚੀਜ਼ਾਂ ਨੂੰ ਕਿੱਦਾਂ ਲੈਣੇ ਹੋ। ਮੇਨਟੇਨੈਂਸ ਹੋ ਗਿਆ, ਰਿਪੇਅਰਸ ਹੋ ਗਈਆਂ ਜਾਂ ਆਪਰੇਸ਼ਨਸ ਹੋ ਗਈਆਂ, ਇਹ ਤਿੰਨਾਂ ਚੀਜ਼ਾਂ ਇੰਟਰ ਰਿਲੇਟ ਹੋ ਕੇ ਚੱਲਦੀਆਂ ਸਬਜੈਕਟ ਦੇ ਅੰਦਰ। ਇਹ ਤੁਹਾਡੇ ਕੰਪਨੀ ਦੀ ਸਸਟੇਨੇਬਿਲਿਟੀ ਨੂੰ ਵੀ ਅਫੈਕਟ ਕਰਦੀ ਹੈ, ਕਿਉਂਕਿ ਇੱਦਾਂ ਪਤਾ ਲੱਗਦਾ ਕਿ ਤੁਸੀਂ ਟੈਕਨੀਕਲ ਲੈਂਗੁਏਜ ਦੇ ਅੰਦਰ ਜੋ ਤੁਸੀਂ ਰੀਜਨ ਜਾਂ ਜੋ ਤੁਸੀਂ ਬਲੂਪ੍ਰਿੰਟਸ ਰੈਡੀ ਕਰ ਰਹੇ ਹੋ ਉਹਦੇ ਨਾਲ ਤੁਹਾਡੀ ਆਰਗੇਨਾਈਜੇਸ਼ਨ ਨੂੰ ਕਿੰਨਾ ਫਾਇਦਾ ਹੋਏਗਾ, ਕਿੰਨੇ ਕਾਸਟਸ ਡਾਊਨ ਜਾਣਗੇ ਐਂਡ ਐਫੀਸ਼ੀਐਂਸੀ ਕਿੰਨੀ ਅੱਛੀ ਰਹੇਗੀ, ਕੁਆਲਿਟੀ ਆਫ ਦਾ ਫਿਨਿਸ਼ਡ ਪ੍ਰੋਡਕਟ ਕਿੰਨੀ ਜ਼ਿਆਦਾ ਮੇਨਟੇਨਡ ਰਹਿੰਦੀ ਹੈ। ਨੈਕਸਟ ਇਸ ਤੋਂ ਬਾਅਦ ਤੁਹਾਡੇ ਕੋਲ ਜੋ ਸਬਜੈਕਟ ਆ ਗਿਆ ਦੈਟ ਇਜ਼ ਨੈਗੋਸੀਏਸ਼ਨ। ਸੋ ਨੈਗੋਸੀਏਸ਼ਨ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਐਂਡ ਵੀ ਨੋ ਦੈਟ ਕੀ ਕਰਨਾ ਹੁੰਦਾ, ਕਿਹੜੇ ਟੈਕਟਿਕਸ ਯੂਜ਼ ਕਰਨੇ ਹੈ। ਅਗਰ ਕੋਈ ਆਰਗੇਨਾਈਜੇਸ਼ਨ ਬਿਜ਼ਨਸ ਟੂ ਬਿਜ਼ਨਸ ਪਰਚੇਜ਼ਿੰਗ ਕਰ ਰਹੀ ਹੈ, ਉਹਨਾਂ ਦਾ ਨੈਗੋਸੀਏਸ਼ਨ ਅਲੱਗ ਤਰ੍ਹਾਂ ਦਾ, ਬਿਜ਼ਨਸ ਟੂ ਕਸਟਮਰ ਅਲੱਗ ਹੈ, ਕਸਟਮਰ ਟੂ ਬਿਜ਼ਨਸ ਅਲੱਗ ਹੈ, ਕਸਟਮਰ ਟੂ ਕਸਟਮਰ ਅਲੱਗ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਹੈ, ਟੇਕਿੰਗ ਇਨਟੂ ਦ ਕੰਸੀਡਰੇਸ਼ਨ ਰੂਲਸ ਐਂਡ laws of the Canadian government, so you have to be very peculiar। ਇਹ ਸਬਜੈਕਟ ਦੇ ਬਾਰੇ ਤੁਸੀਂ ਇਹ ਸਾਰੀਆਂ ਚੀਜ਼ਾਂ ਸਿੱਖਣੀਆਂ, ਤੁਹਾਨੂੰ ਸਾਰਾ ਕੁਝ ਸਮਝ ਆਏਗਾ, ਕਿੱਦਾਂ ਪਲੈਨਿੰਗ ਹੁੰਦੀ ਹੈ, ਰਿਸਰਚ ਹੁੰਦੀ ਹੈ, ਐਵਰੀਥਿੰਗ। ਐਂਡ ਸੈਕਿੰਡ ਲਾਸਟ ਦੇ ਵਿੱਚ ਆਪਣੇ ਕੋਲ ਆ ਗਿਆ ਪਬਲਿਕ ਪਰਚੇਜ਼ਿੰਗ। ਪਬਲਿਕ ਪਰਚੇਜ਼ਿੰਗ ਦੇ ਅੰਦਰ ਆਪਾਂ ਕੀ ਦੇਖ ਰਹੇ ਹਾਂ ਕਿ ਆਪਾਂ ਨੂੰ ਕੀ ਕਰਨਾ ਹੈ, ਇਹਦੇ ਅੰਦਰ ਕੁਝ ਪਬਲਿਕ ਐਂਡ ਪ੍ਰਾਈਵੇਟ ਸੈਕਟਰਸ ਦੀ ਗੱਲ ਹੋਏਗੀ। ਤਾਂ ਜੋ ਤੁਹਾਡੀ ਆਰਗੇਨਾਈਜੇਸ਼ਨ ਹੈ ਉਹ ਚਾਹੇ ਇੰਡਸਟਰੀਅਲ ਹੈ ਜਾਂ ਕਮਰਸ਼ੀਅਲ ਹੈ ਜਾਂ ਰਿਟੇਲ ਦੇ ਅੰਦਰ ਹੈ, ਤਾਂ ਉਹਨੇ ਜੋ ਵੀ ਕੋਈ ਪਰਚੇਜ਼ਿੰਗ ਕਰਨੀ ਹੈ ਉਹ ਪਬਲਿਕ ਤੋਂ ਕਰਨੀ ਹੈ ਜਾਂ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨ ਤੋਂ ਕਰਨੀ ਹੈ। ਐਂਡ ਉਹਦੇ ਅੰਦਰ ਆਪਾਂ ਦੇਖਣਾ ਹੈ ਕਿ ਸਾਰੇ ਫੈਕਟਰਸ ਨੂੰ ਨਜ਼ਰ ਰੱਖਦੇ ਹੋਏ, ਯਾਨੀ ਕਿ ਕੋਈ ਸੋਸ਼ਲ ਫੈਕਟਰ ਹੈ, ਇਕਨੋਮਿਕ ਫੈਕਟਰ ਹੈ, ਤਾਂ ਤੁਹਾਡੀ ਆਰਗੇਨਾਈਜੇਸ਼ਨ ਪ੍ਰੋਫਿਟੇਬਲ ਹੋਣੀ ਚਾਹੀਦੀ ਹੈ। ਇਟ ਸ਼ੁੱਡ ਨਾਟ ਬੀ ਕਿ ਤੁਸੀਂ ਇੱਦਾਂ ਦੀ ਪਰਚੇਜ਼ਿੰਗ ਕਰ ਰਹੇ ਹੋ ਜਾਂ ਜਿਹਦੇ ਨਾਲ ਤੁਹਾਡਾ ਆਰਗੇਨਾਈਜੇਸ਼ਨ ਦਾ ਓਵਰਆਲ ਲੈਵਲ ਜਾਂ ਇਨ ਫਿਊਚਰ ਜਾਂ ਪਲਾਨ ਫਿਊਚਰ ਜਾਂ ਜੋ ਆਊਟਪੁੱਟ ਹੈ ਇਨ ਫਿਊਚਰ ਜਾਂ ਟਰਨਓਵਰ ਹੈ ਉਹ ਕਿਤੇ ਨਾ ਕਿਤੇ ਹੈਂਪਰ ਹੋ ਰਹੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਇਸ ਸਬਜੈਕਟ ਦੇ ਅੰਦਰ ਤੁਸੀਂ ਪੜ੍ਹੋਗੇ। ਨੈਕਸਟ ਵੀ ਕਮ ਅਕ੍ਰੋਸ ਰਿਟੇਲ ਬਾਇੰਗ, ਜਿਹੜਾ ਕਿ ਇਸ ਪ੍ਰੋਗਰਾਮ ਦਾ ਲਾਸਟ ਸਮੈਸਟਰ ਦਾ ਲਾਸਟ ਕੋਰਸ ਹੈ। ਐਂਡ ਰਿਟੇਲ ਬਾਇੰਗ ਇਜ਼ ਵੀ ਨੋ ਦੈਟ ਹੈ ਨਾ, ਰਿਟੇਲ ਕਸਟਮਰ ਹੁੰਦਾ ਜਿਹੜਾ ਕਿ ਬਿਲਕੁਲ ਐਂਡ ਦੇ ਉੱਤੇ ਤੁਹਾਨੂੰ ਮਿਲੇਗਾ, ਹੈ ਨਾ, ਜਿਹੜੇ ਕਸਟਮਰ ਨੇ ਐਕਚੁਅਲ 'ਚ ਪ੍ਰੋਡਕਟ ਯੂਜ਼ ਕਰਨਾ। ਤਾਂ ਉਸ ਦੇ ਉੱਤੇ ਤੁਸੀਂ ਆਰਗੇਨਾਈਜੇਸ਼ਨ ਬਾਰੇ ਪਲੈਨਿੰਗ ਕਰੋਗੇ ਕਿ ਕਿੱਦਾਂ ਉਸ ਚੀਜ਼ ਨੂੰ ਸੇਲ ਕੀਤਾ ਜਾ ਰਿਹਾ, ਕਿੱਦਾਂ ਉਸ ਚੀਜ਼ ਨੂੰ ਪਰਚੇਜ਼ ਕੀਤਾ ਜਾ ਰਿਹਾ, ਪ੍ਰੋਫਿਟ ਕਿੰਨਾ ਹੈ, ਪ੍ਰੋਫਿਟੇਬਿਲਿਟੀ ਦੀ ਸਟ੍ਰੈਟੇਜੀਜ਼ ਕਿੱਦਾਂ ਦੀਆਂ, ਬਾਇੰਗ ਕਿੱਦਾਂ ਤੁਸੀਂ ਚੈੱਕ ਕਰਨੀ ਹੈ ਕਸਟਮਰ ਦੀ, ਟੈਕਨੋਲੋਜੀ ਕਿਹੜੀ ਯੂਜ਼ ਕਰਨੀ ਹੈ ਤਾਂ ਕਿ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰ ਸਕਦੇ ਹੋ। ਐਂਡ ਇਹ ਸਾਰੀਆਂ ਚੀਜ਼ਾਂ ਸਪੈਸ਼ਲੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਵੀ ਇਹਦੇ ਅੰਦਰ ਪਲੇ ਕਰੇਗੀ ਇੰਪੋਰਟੈਂਟ ਰੋਲ। ਤਾਂ ਆਲ ਟੂਗੈਦਰ ਇੱਥੇ ਇਹ ਸਮਝ ਲਓ ਕਿ ਅਗਰ ਤੁਸੀਂ ਇਸ ਪ੍ਰੋਗਰਾਮ ਨੂੰ ਕਰਦੇ ਹੋ ਤਾਂ ਦੈਨ ਯੂ ਕੈਨ ਵਰਕ ਇਨ ਐਨੀ ਕਾਈਂਡ ਆਫ ਆਰਗੇਨਾਈਜੇਸ਼ਨ which is dealing or which is selling products or services to the customer, end user ਨੂੰ ਸੇਲ ਕਰ ਰਿਹਾ। ਇਸ ਕਰਕੇ ਬਿਜ਼ਨਸ ਦੇ ਅੰਦਰ ਇਹ ਵਾਲਾ ਜੋ ਪ੍ਰੋਗਰਾਮ ਹੈ ਇਹਦੀ ਕਾਫੀ ਜ਼ਿਆਦਾ ਡਿਮਾਂਡ ਹੋ ਰਹੀ ਹੈ। ਐਂਡ ਦੈਟਸ ਆਲ ਫॉर ਟੁਡੇ। ਅਗਰ ਤੁਸੀਂ ਕੋਈ ਹੋਰ ਚੀਜ਼ ਪੁੱਛਣਾ ਚਾਹੁੰਦੇ ਹੋ ਲੀਵ ਦ ਕਮੈਂਟ ਇਨ ਦ ਕਮੈਂਟ ਸੈਕਸ਼ਨ ਐਂਡ ਥੈਂਕ ਯੂ ਫॉर ਪੇਇੰਗ ਅਟੈਂਸ਼ਨ ਫॉर ਦਿਸ ਵੀਡੀਓ। ਥੈਂਕ ਯੂ ਜੀ।